ਸੰਗਰੂਰ ਦੀ ਸੀਟ ਹੱਥੋਂ ਨਿਕਲਣ ਤੋਂ ਬਾਅਦ ਜਲੰਧਰ ਜਿਮਨੀ ਚੋਣ 'ਚ ਆਮ ਆਦਮੀ ਪਾਰਟੀ ਨੇ ਮਜ਼ਬੂਤੀ ਨਾਲ ਵਾਪਸੀ ਕੀਤੀ ਹੈ। ਕਿਹਾ ਜਾ ਰਿਹਾ ਹੈ ਵੀ ਮੁਫਤ ਬਿਜਲੀ ਤੇ ਜਿਸ ਤਰ੍ਹਾਂ ਅੰਮ੍ਰਿਤਪਾਲ ਦਾ ਆਪਰੇਸ਼ਨ ਕੀਤਾ ਗਿਆ ਤਾਂ ਸ਼ਹਿਰੀ ਜਿਹੜਾ ਵੋਟਰ ਸੀ ਉਹ ਬੜਾ ਖੁਸ਼ ਹੋਇਆ ਹੈਗਾ ਸਰਕਾਰ ਦੇ ਉਸ ਐਕਸ਼ਨ ਤੋਂ। ਫਿਰ ਵੀ ਇਹ ਇਲੈਕਸ਼ਨ ਇੱਕ ਫਸਵੀਂ ਇਲੈਕਸ਼ਨ ਸੀ। ਉਹ ਵੱਖਰੀ ਗੱਲ ਹੈ ਕਿ ਜਿਹੜਾ ਮਾਰਜਨ 58000 ਤੋਂ ਵੱਧ ਦਾ 59000 ਵੋਟਾਂ ਦਾ ਆਇਆ ਉਹ ਇੱਕ ਬਹੁਤ ਹੀ ਕੰਫਰਟੇਬਲ ਮਾਰਜਨ ਹੈ ਤੇ ਕੋਈ ਜ਼ਿਆਦਾ ਡਿਫਰੈਂਸਿਸ ਨਹੀਂ ਤੇ ਇੱਕ ਸਾਫ਼ ਸੁਥਰੀ ਲੜਾਈ ਲੜ ਕੇ ਉਹ ਠੀਕ ਹੈ ਢੰਗ ਤਰੀਕੇ ਜਿਹੜੇ ਮਰਜ਼ੀ ਅਪਣਾਏ ਲੇਕਿਨ ਇੱਕ ਕਲੀਅਰ ਕੱਟ ਸਿਆਸੀ ਲੜਾਈ ਸੀ ਜਿਸ ਨੂੰ ਲੜ ਕੇ ਉਹ ਜਿੱਤ ਗਏ। ਕਾਂਗਰਸ ਹਾਰ ਗਈ। ਕਾਂਗਰਸ ਲਈ ਬਹੁਤ ਵੱਡੇ ਲੈਸਨਸ ਨੇ ਜੀ ਰਿਤੇਸ਼ ਜੀ, ਜਿਵੇਂ ਤੁਸੀਂ ਕਹਿ ਰਹੇ ਹੋ ਤਾਂ ਕੀ ਸਿੱਧੂ ਮੂਸੇਵਾਲਾ ਦਾ ਜਿਹੜਾ ਜਸਟਿਸ ਦਾ ਕੇਸ ਸਿਰਫ ਸੋਸ਼ਲ ਮੀਡੀਆ ਤੱਕ ਸੀਮਿਤ ਰਹਿ ਗਿਆ, ਲੋਕਾਂ ਦੇ ਮਨਾਂ 'ਚ ਉਹ ਇਸ਼ੂ ਡਾਈ ਡਾਊਨ ਹੋ ਰਿਹਾ, ਕਿ ਇਹ ਵੀ ਇਸ ਚੀਜ਼ ਤੋਂ ਸਮਝਿਆ ਜਾ ਰਿਹਾ? ਕਿਉਂਕਿ ਸਾਰੇ ਚਾਹੁੰਦੇ ਨੇ ਕਿ ਸਿੱਧੂ ਮੂਸੇਵਾਲਾ ਕੇਸ ਦੇ ਵਿੱਚ ਇੱਕ ਇਨਸਾਫ ਹੋਵੇ। ਸਾਰੇ ਚਾਹੁੰਦੇ ਨੇ ਕਿ ਉਸਦੇ ਜਿਹੜੇ ਦੋਸ਼ੀਆਂ ਨੂੰ ਫੜਿਆ ਜਾਵੇ ਲੇਕਿਨ ਕਿਉਂਕਿ ਹੁਣ ਮਾਮਲਾ ਇੱਕ ਪੋਲੀਟੀਕਲ ਓਵਰਟੋਨ ਲੈ ਰਿਹਾ। ਹਾਲਾਂਕਿ ਸੋ ਮੈਨੂੰ ਲੱਗਦਾ ਕਿ ਉਸ ਹਿਸਾਬ ਨਾਲ ਬਲਕਾਰ ਸਿੰਘ ਉਹਨਾਂ ਨੂੰ ਥੋੜ੍ਹਾ ਜਿਹਾ ਇਸ ਚੀਜ਼ ਦਾ ਝਟਕਾ ਵੀ ਲੱਗਿਆ। ਹਾਲਾਂਕਿ ਉਹਨਾਂ ਲਈ ਜਿੱਤ ਹਾਰ ਮੈਟਰ ਨਹੀਂ ਸੀ ਕਰਦੀ, ਉਹਨਾਂ ਨੇ ਆਪਣਾ ਮੈਸੇਜ ਸੁਨੇਹਾ ਦੇਣਾ ਸੀ ਜੋ ਕਿ ਉਹਨਾਂ ਨੇ ਦਿੱਤਾ। ਲੇਕਿਨ ਐਟ ਦ ਐਂਡ ਆਫ ਦਾ ਡੇ ਨਤੀਜਿਆਂ ਦੇ ਨਾਲ ਚੀਜ਼ਾਂ ਨੂੰ ਜਾਂ ਟ੍ਰੈਂਡਸ ਨੂੰ ਰੁਝਾਨਾਂ ਨੂੰ ਜੋੜ ਕੇ ਵੇਖਿਆ ਜਾਣਾ ਜ਼ਰੂਰੀ ਹੈ ਤੇ ਜੋੜ ਕੇ ਦੇਖਿਆ ਜਾਏਗਾ ਵੀ। ਸੰਗਰੂਰ ਦੀ ਸੀਟ ਹੱਥੋਂ ਨਿਕਲਣ ਤੋਂ ਬਾਅਦ ਜਲੰਧਰ ਜਿਮਨੀ ਚੋਣ 'ਚ ਆਮ ਆਦਮੀ ਪਾਰਟੀ ਨੇ ਮਜ਼ਬੂਤੀ ਨਾਲ ਵਾਪਸੀ ਕੀਤੀ ਹੈ। ਆਮ ਆਦਮੀ ਪਾਰਟੀ ਦਾ ਕੈਂਡੀਡੇਟ ਸੁਸ਼ੀਲ ਕੁਮਾਰ ਰਿੰਕੂ ਨੂੰ 58947 ਵੋਟਾਂ ਦੇ ਫਰਕ ਨਾਲ ਵੱਡੀ ਜਿੱਤ ਹਾਸਲ ਹੋਈ। ਇੱਕ ਤਰ੍ਹਾਂ ਤੋਂ ਆਸਾਨ ਜਿੱਤ ਵੀ ਹੈ। ਅੱਜ ਆਪ ਦੀ ਜਿੱਤ ਉੱਤੇ ਕਰਾਂਗੇ ਗੱਲਬਾਤ। ਮੈਂ ਤੁਹਾਡਾ ਹੋਸਟ ਸ਼ੁਭਕਰਮਨ ਸਿੰਘ ਢਾਲੀਵਾਲ, ਮੇਰੇ ਨਾਲ ਨੇ ਮੇਰੇ ਸਹਿਯੋਗੀ ਰਿਤੇਸ਼ ਲੱਖੀ ਜੀ। ਰਿਤੇਸ਼ ਜੀ ਬਹੁਤ ਬਹੁਤ ਸਵਾਗਤ ਹੈ। ਬਹੁਤ ਬਹੁਤ ਧੰਨਵਾਦ ਸ਼ੁਭਕਰਮਨ। ਰਿਤੇਸ਼ ਜੀ, ਆਪ ਦੀ ਜਿੱਤ ਹੋਈ ਹੈ ਜਿਮਨੀ ਚੋਣ ਦੇ ਅੰਦਰ, ਇੱਕ ਮਜ਼ਬੂਤ ਜਿੱਤ ਹੋਈ ਹੈਗੀ ਹੈ। ਉਹਨਾਂ ਦੇ ਜਿਹੜਾ ਲੋਕਾਂ ਨੇ ਆਮ ਆਦਮੀ ਪਾਰਟੀ ਜਿਹੜੀ ਪਾਲਿਸੀ ਹੈ ਉਸ ਦੇ ਉੱਤੇ ਕਿਸ ਤਰ੍ਹਾਂ ਇੱਕ ਵਿਸ਼ਵਾਸ, ਇੱਕ ਭਰੋਸਾ ਜਤਾਇਆ। ਤੁਹਾਡੇ ਹਿਸਾਬ ਨਾਲ ਕਿਹੜੀ ਕਿਹੜੀ ਪਾਲਿਸੀ ਇਹੋ ਜਿਹੀ ਰਹੀ ਜਿਸ ਨਾਲ ਇਹ ਜਿਹੜੀਆਂ ਜਿੱਤ 'ਚ ਫੈਕਟਰ ਬਣ ਕੇ ਉੱਭਰੀਆਂ ਆਮ ਆਦਮੀ ਪਾਰਟੀ ਵਾਸਤੇ? ਦੇਖੋ ਜੀ, ਪਾਲਿਸੀ ਤਾਂ ਕੋਈ ਫੈਕਟਰ ਰਹੀ ਜਾਂ ਨਹੀਂ ਰਹੀ ਇਹਦੇ ਬਾਰੇ ਆਪਾਂ ਨਹੀਂ ਕਹਿ ਸਕਦੇ, ਲੇਕਿਨ ਇੱਕ ਜ਼ਿਮਨੀ ਚੋਣ ਨੂੰ ਜਿੱਤਣਾ ਜਿਹੜਾ ਕਿਸੇ ਵੀ ਸੱਤਾਧਾਰੀ ਧਿਰ ਲਈ ਉਸ ਦੀ ਸਾਖ ਦੀ ਲੜਾਈ ਹੁੰਦੀ ਹੈ, ਉਸ ਦਾ ਪ੍ਰੈਸਟੀਜ ਦਾ ਸਭ ਕੁਝ ਦਾਅ 'ਤੇ ਲੱਗਾ ਹੁੰਦਾ ਹੈ। ਸੋ ਉਸੇ ਲਿਹਾਜ਼ ਦੇ ਨਾਲ ਜਦੋਂ ਪੂਰੀ ਦੀ ਪੂਰੀ ਸਰਕਾਰ, ਉਸ ਦੇ ਮੰਤਰੀ, ਉਸ ਦੇ ਵਿਧਾਇਕ ਜਾ ਕੇ ਹਲਕਿਆਂ ਦੇ ਵਿੱਚ ਬਹਿ ਜਾਣ ਤੇ ਜਿਸ ਤਰੀਕੇ ਦੇ ਢੰਗ ਤਰੀਕੇ ਪੈਂਤੜੇ ਵੀ ਇਹਨਾਂ ਚੋਣਾਂ ਦੌਰਾਨ, ਇਸ ਜ਼ਿਮਨੀ ਚੋਣ ਦੌਰਾਨ ਵਰਤੇ ਗਏ, ਉਹਨਾਂ ਦੇ ਉੱਤੇ ਵੀ ਸਵਾਲ ਖੜੇ ਨੇ। ਚੋਣ ਕਮਿਸ਼ਨ ਨੂੰ ਕਿੰਨੀਆਂ ਸ਼ਿਕਾਇਤਾਂ ਕੀਤੀਆਂ ਗਈਆਂ ਨੇ। ਹਾਲਾਂਕਿ ਇਹ ਨਹੀਂ ਕਲੀਅਰ ਕਿ ਉਹਨਾਂ ਸ਼ਿਕਾਇਤਾਂ ਦੇ ਉੱਤੇ ਕੀ ਕੋਈ ਕਾਰਵਾਈ ਹੋਏਗੀ ਨਹੀਂ ਹੋਏਗੀ, ਲੇਕਿਨ ਬਹੁਤ ਇਲਜ਼ਾਮ ਲੱਗੇ। ਇਹ ਵੀ ਕਿਹਾ ਗਿਆ ਕਿ ਸਾਮ ਦਾਮ ਦੰਡ ਭੇਦ ਹਰ ਤਰੀਕੇ ਦੇ ਨਾਲ ਸੱਤਾਧਾਰੀ ਧਿਰ ਨੇ ਵੋਟਰਾਂ ਨੂੰ ਆਪਣੇ ਸੁਨੇਹੇ ਭੇਜਣ ਦੇ ਪ੍ਰਯਾਸ ਕੀਤੇ, ਜਿਸ ਵਿੱਚ ਕਿ ਉਹਨਾਂ ਦਾ ਮੈਸੇਜ ਕਲੀਅਰ ਸੀ ਵੀ ਡਬਲ ਇੰਜਨ ਦੀ ਜੇ ਸਰਕਾਰ ਚਾਹੀਦੀ ਹੈ, ਚਾਹੁੰਦੇ ਹੋ। ਡਬਲ ਇੰਜਨ ਦਾ ਮਤਲਬ ਹੈ ਕਿ ਇੱਕ ਲਿਮਿਟਿਡ ਪਾਰਲੀਮਾਨੀ ਹਲਕੇ ਦੇ ਕੰਟੈਕਸਟ ਦੇ ਵਿੱਚ, ਸੰਦਰਭ ਦੇ ਵਿੱਚ ਇੰਨੀ ਗੱਲ ਹੁੰਦੀ ਹੈ ਵੀ ਜੇ ਪਾਰਲੀਮੈਂਟੇਰੀਅਨ ਤੁਹਾਡਾ ਹੈ ਤੇ ਸਰਕਾਰ ਸਾਡੀ ਹੈ ਤਾਂ ਫਿਰ ਆਪਸ ਦੇ ਵਿੱਚ ਤਾਲਮੇਲ ਤਾਂ ਹੀ ਬਣੇਗਾ ਜੇ ਤੁਸੀਂ ਇੱਕ ਹੀ ਪਾਰਟੀ ਦੇ ਉਮੀਦਵਾਰ ਨੂੰ ਜਿਤਾਉਂਦੇ ਹੋ, ਜੇਤੂ ਬਣਾਉਂਦੇ ਹੋ। ਸੋ ਇਸ ਤਰੀਕੇ ਦੇ ਸੁਨੇਹੇ ਦਿੱਤੇ ਜਾਣਾ, ਫੀਲਡ ਦੇ ਵਿੱਚ ਲੋਕਾਂ ਨੂੰ ਇਹ ਮੈਸੇਜ ਜਾਣਾ ਕਿ ਜੇ ਸਰਕਾਰ ਦੇ ਵਿਰੋਧ ਦੇ ਵਿੱਚ ਇਹ ਮੈਂਡੇਟ ਆ ਜਾਂਦਾ ਹੈ ਤਾਂ ਫਿਰ ਇਲਾਕੇ ਦੇ ਵਿਕਾਸ ਲਈ ਕੋਈ ਚੰਗੀ ਗੱਲਬਾਤ ਨਹੀਂ ਹੋਏਗੀ। ਸੋ ਇਹ ਗੱਲਾਂ ਬਾਤਾਂ ਸਨ ਜੋ ਕਿ ਕੁਝ ਵਿਵਾਦਿਤ ਢੰਗ ਤਰੀਕੇ ਰਹੇ, ਲੇਕਿਨ ਆਪਾਂ ਇਸ ਗੱਲ ਨੂੰ ਵੀ ਨਹੀਂ ਕਹਿ ਸਕਦੇ ਕਿ ਆਪਾਂ ਕੰਪਲੀਟਲੀ ਮੁਨਕਰ ਹੋ ਜਾਈਏ ਇਸ ਫੈਕਟ ਤੋਂ ਕਿ ਆਮ ਆਦਮੀ ਪਾਰਟੀ ਨਾ ਸਿਰਫ ਪ੍ਰਚਾਰ ਪੱਖੋਂ ਬਲਕਿ ਉਸ ਦੀ ਜਿਹੜੀ ਪ੍ਰੋਫਿਟੇਬਿਲਿਟੀ ਹੈ, ਲੋਕਾਂ ਨੂੰ, ਹਲਕੇ ਦੇ ਵੋਟਰਾਂ ਲਈ ਇਸ ਪਾਰਟੀ ਨੂੰ ਜਾਂ ਉਸਦੇ ਉਮੀਦਵਾਰ ਨੂੰ ਜਿਤਾਉਣ ਦਾ ਫਾਇਦਾ ਕੀ ਹੈ, ਲਾਹਾ ਕੀ ਹੈ, ਇਹ ਬੜੀ ਇੱਕ ਐਡਵਾਂਟੇਜਸ ਪੋਜੀਸ਼ਨ ਹੁੰਦੀ ਹੈ। ਸੋ ਸੱਤਾਧਾਰੀ ਧਿਰ ਐਡਵਾਂਟੇਜਸ ਪੋਜੀਸ਼ਨ ਦੇ ਵਿੱਚ ਹੁੰਦੀ ਹੈ, ਹਮੇਸ਼ਾ ਤੋਂ ਰਹੀ ਹੈ। ਉਸ ਨੂੰ ਇੱਕ ਐਜ ਹੁੰਦਾ ਹੈ। ਠੀਕ ਹੈ, ਉਸਨੇ ਜਿਸ ਤਰੀਕੇ ਦੇ ਪੈਂਤੜੇ ਆਪਣੇ, ਜਿਸ ਤਰੀਕੇ ਦੇ ਢੰਗ ਤਰੀਕੇ ਵਰਤ ਕੇ ਵੀ ਉਹਨਾਂ ਨੇ ਚੋਣ ਜਿੱਤੀ, ਲੇਕਿਨ ਜਿੱਤੀ ਸਹੀ। ਤੇ ਇਹ ਗੱਲ ਜ਼ਰੂਰ ਹੈ ਕਿ ਆਉਣ ਵਾਲਾ 1-1.25 ਸਾਲ ਜਿੰਨਾ ਕੁ ਵੀ ਜਲੰਧਰ ਦੇ ਲੋਕਾਂ ਜਾਂ ਜਲੰਧਰ ਦੇ ਮੈਂਬਰ ਪਾਰਲੀਮੈਂਟ ਨੇ ਜੋ ਆਪਣੇ ਵੱਲੋਂ ਕੰਮ ਕਰਨੇ ਹੁੰਦੇ ਨੇ, ਉਸ ਦੇ ਵਿੱਚ ਉਹਨੂੰ ਸਰਕਾਰ ਦਾ ਸਹਿਯੋਗ ਮਿਲੇਗਾ। ਸੋ ਉਸ ਲਿਹਾਜ਼ ਨਾਲ ਅਗਲਾ 1-1.25 ਸਾਲ ਥੋੜ੍ਹਾ ਜਿਹਾ ਸਮੂਥ ਰਹਿਣ ਵਾਲਾ ਹੈ। ਜੇ ਇਹ ਕਿਤੇ ਜਿੱਤ ਦੂਸਰੇ ਲੈਵਲ 'ਤੇ ਹੁੰਦੀ ਹੈ, ਕਿਸੇ ਹੋਰ ਪਾਰਟੀ ਦੇ ਕਿਸੇ ਹੋਰ ਉਮੀਦਵਾਰ ਦੀ ਹੁੰਦੀ, ਸੱਤਾਧਾਰੀ ਧਿਰ ਲਈ ਔਕੜਾਂ ਰਹਿਣੀਆਂ ਸੀ। ਲੇਕਿਨ ਇੱਕ ਬੜਾ ਵੱਡਾ ਸਿਆਸੀ ਜਿਹੜਾ ਆਕਸੀਜਨ ਚਾਹੀਦਾ ਸੀ, ਇਸ ਵਕਤ ਮੰਨਿਆ ਜਾ ਰਿਹਾ ਕਿ ਬਹੁਤ ਹੀ ਕ੍ਰਿਟੀਕਲ ਸਥਿਤੀ ਰਹੀ ਹੈ। ਬੇਸ਼ੱਕ ਅੱਜ ਨਿਊਮੈਰੀਕਲੀ ਕੋਈ ਦਿੱਕਤ ਆਮ ਆਦਮੀ ਪਾਰਟੀ ਨੂੰ ਨਹੀਂ ਹੈ ਪੰਜਾਬ ਦੇ ਵਿੱਚ, ਲੇਕਿਨ ਵਿਸ਼ੇ ਵਿਰੋਧੀ ਧਿਰਾਂ ਨੇ ਇਸ ਤੇ ਇਸ਼ੂਜ਼ ਦੇ ਉੱਤੇ ਉਹਨਾਂ ਨੂੰ ਇੰਨੀ ਬੁਰੀ ਕੁੜੀਕੀ ਦੇ ਵਿੱਚ ਫਸਾਇਆ ਹੋਇਆ ਹੈ ਕਿ ਪਾਰਟੀ ਨੂੰ ਇੱਕ ਸਿਆਸੀ ਆਕਸੀਜਨ ਦੀ ਲੋੜ ਸੀ, ਜੋ ਕਿ ਇਸ ਜ਼ਿਮਨੀ ਚੋਣ ਦੀ ਜਿੱਤ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਪੰਜਾਬ ਵਿੱਚ ਦਿੱਤਾ ਹੈ। ਜੀ ਰਿਤੇਸ਼ ਜੀ, ਜੋ ਚਰਚਾਵਾਂ ਉੱਭਰ ਕੇ ਸਾਹਮਣੇ ਆ ਰਹੀਆਂ, ਕਿਹਾ ਜਾ ਰਿਹਾ ਵੀ ਮੁਫਤ ਬਿਜਲੀ ਤੇ ਜਿਸ ਤਰ੍ਹਾਂ ਅੰਮ੍ਰਿਤਪਾਲ ਦਾ ਆਪਰੇਸ਼ਨ ਕੀਤਾ ਗਿਆ ਤਾਂ ਸ਼ਹਿਰੀ ਜਿਹੜਾ ਵੋਟਰ ਸੀ ਉਹ ਬੜਾ ਖੁਸ਼ ਹੋਇਆ ਹੈਗਾ ਸਰਕਾਰ ਦੇ ਉਸ ਐਕਸ਼ਨ ਤੋਂ, ਜਿਸ ਕਰਕੇ ਸ਼ਹਿਰ ਤੋਂ ਜਿਹੜੀ ਕਾਂਗਰਸ ਨੂੰ ਉਮੀਦ ਸੀ ਉਹਨਾਂ ਨੂੰ ਵੋਟ ਪਊਗੀ ਉਹ ਨਹੀਂ ਪਈ, ਕਿਉਂਕਿ ਜਲੰਧਰ ਕਾਂਗਰਸ ਦਾ ਗੜ੍ਹ ਮੰਨਿਆ ਜਾਂਦਾ ਹੈ ਤੇ ਉਹ ਵੀ ਆਮ ਆਦਮੀ ਪਾਰਟੀ ਨੂੰ
ਭੁਗਤੀ। ਕੀ ਤੁਹਾਨੂੰ ਵੀ ਇਹ ਲੱਗਦਾ ਵੀ ਇਹੋ ਜਿਹੇ ਫੈਕਟਰ ਰਹੇ ਹੋ ਸਕਦੇ? ਬਿਲਕੁਲ, ਦੇਖੋ ਇੱਕ ਤਰ੍ਹਾਂ ਦੀ ਜਿਹੜੀ ਉਮੀਦਵਾਰ ਦੀ ਚੋਣ ਸੀ, ਬੇਸ਼ੱਕ ਅਸੀਂ ਤਾਂ ਉਸਨੂੰ ਸਿਆਸੀ ਮੌਕਾ ਪ੍ਰਸਤੀ ਕਹਿੰਦੇ ਹਾਂ, ਪੋਲੀਟੀਕਲ ਓਪਰਚੁਨਿਜ਼ਮ ਕਹਿੰਦੇ ਹਾਂ, ਵੀ ਇਸ ਨੂੰ ਇੱਕ ਚੰਗੀ ਗੱਲ ਵੀ ਨਹੀਂ ਮੰਨਦੇ। ਦਲ ਬਦਲ ਕੇ ਲੀਡਰਾਂ ਦਾ ਇੱਕ ਤੋਂ ਦੂਸਰੀ ਪਾਰਟੀ ਵਿੱਚ ਸ਼ਾਮਲ ਹੋ ਜਾਣਾ, ਆਪਣੇ ਸਿਰਫ ਫਾਇਦੇ ਨੂੰ ਦੇਖਣਾ, ਮੌਕਾ ਦੇਖਣਾ, ਸਹੀ ਮੌਕਾ, ਸਹੀ ਸਿਆਸੀ ਮੌਕੇ ਦੀ ਚੋਣ ਕਰਨਾ, ਕੋਈ ਆਈਡੀਓਲੋਜੀ ਦਾ ਮਸਲਾ ਨਹੀਂ, ਕੋਈ ਵਿਅਕਤੀ ਵਿਸ਼ੇਸ਼ ਦੇ ਕਿਰਦਾਰ ਦੀ ਅਤੇ ਉਸਦੇ ਜਿਹੜੇ ਜਿਹਨੂੰ ਕਹਿੰਦੇ ਕਿ ਵਕਾਰ ਦੀ ਗੱਲਬਾਤ ਨਹੀਂ। ਸੋ ਸੁਸ਼ੀਲ ਕੁਮਾਰ ਰਿੰਕੂ ਨੂੰ ਪਾਰਟੀ ਨੇ ਬਹੁਤ ਸੋਚ ਸਮਝ ਕੇ ਉਸ ਤਰੀਕੇ ਦੇ ਨਾਲ ਤਾੜਿਆ ਵੀ, ਅਤੇ ਚੋਣਾਂ ਤੋਂ ਠੀਕ ਪਹਿਲਾਂ ਉਹਨੂੰ ਆਪਣੇ ਨਾਲ ਸ਼ਾਮਲ ਕਰ ਲਿਆ, ਟਿਕਟ ਦੇ ਕੇ ਉਮੀਦਵਾਰ ਖੜਾ ਕਰਕੇ ਮੈਂਬਰ ਪਾਰਲੀਮੈਂਟ ਬਣਾਤਾ। ਪਾਰਲੀਮੈਂਟ ਦੇ ਵਿੱਚ ਵੀ ਪਾਰਟੀ ਦਾ ਦੁਬਾਰਾ ਖਾਤਾ ਖੁੱਲ੍ਹ ਗਿਆ, ਕਿਉਂਕਿ ਭਗਵੰਤ ਮਾਨ ਤੋਂ ਬਾਅਦ ਪਾਰਟੀ ਦਾ ਖਾਤਾ ਲੋਕ ਸਭਾ ਦੇ ਵਿੱਚ ਬੰਦ ਹੋ ਗਿਆ ਸੀ। ਰਾਜ ਸਭਾ ਦੇ ਵਿੱਚ ਤਾਂ ਕਈ ਪੰਜਾਬ ਦੇ ਹੀ ਮੈਂਬਰ ਪਾਰਲੀਮੈਂਟ ਜਾ ਚੁੱਕੇ ਨੇ। ਸੋ ਪਹਿਲਾ ਜਿਹੜਾ ਲੋਕ ਸਭਾ ਦਾ ਮੈਂਬਰ ਪਾਰਲੀਮੈਂਟ ਹੈ ਉਹ ਵੀ ਸੁਸ਼ੀਲ ਕੁਮਾਰ ਰਿੰਕੂ ਹੋਣਗੇ, ਜੋ ਕਿ ਸਥਾਨਕ ਲੈਵਲ ਦੀ ਰਾਜਨੀਤੀ ਜ਼ਿਆਦਾ ਕਰਦੇ ਰਹੇ ਨੇ। ਲੇਕਿਨ ਦੇਖੋ ਸਮੀਕਰਨ ਅਜਿਹੇ ਬਣਦੇ ਨੇ, ਰਾਜਨੀਤਿਕ ਕਹਿ ਲਓ ਵੀ ਕਈ ਵਾਰ ਸਿਆਸੀ ਕਿਸਮਤ ਵੀ ਬਹੁਤ ਮੈਟਰ ਕਰਦੀ ਹੈ। ਜਦੋਂ ਕਿ ਤੁਹਾਨੂੰ ਭਗਵੰਤ ਮਾਨ ਵੀ ਇਹਨਾਂ ਹੀ ਹਾਲਾਤਾਂ ਦੇ ਵਿੱਚ ਉੱਭਰ ਕੇ ਪਾਰਲੀਮੈਂਟ ਤੋਂ ਉਹਨਾਂ ਨੇ ਆਪਣੀ ਰਾਜਨੀਤਿਕ ਜਿਹੜੀ ਪਾਲਿਸੀ ਸ਼ੁਰੂ ਕੀਤੀ, ਕੋਈ ਵੱਡੀ ਉਹਨਾਂ ਨੂੰ ਜਿਹੜੀ ਜਿੱਤ ਲੋਕ ਵਿਧਾਨ ਸਭਾ ਲੈਵਲ 'ਤੇ ਨਹੀਂ ਮਿਲ ਰਹੀ ਸੀ, ਲੇਕਿਨ ਸਿੱਧੀ ਉਹਨਾਂ ਦੀ ਪਾਰਟੀ ਲੋਕ ਸਭਾ ਤੋਂ ਸ਼ੁਰੂ ਜਿਹੜੀ ਜਿਹਨੂੰ ਕਹਿੰਦੇ ਪਾਰੀ ਲੋਕ ਸਭਾ ਤੋਂ ਸ਼ੁਰੂ ਹੁੰਦੀ ਹੈ। ਸੋ ਉਸ ਲਿਹਾਜ਼ ਦੇ ਨਾਲ ਇਹ ਜਿਹੜੀ ਸ਼ੁਰੂਆਤ ਹੈ ਸੁਸ਼ੀਲ ਕੁਮਾਰ ਰਿੰਕੂ ਦੀ, ਬਹੁਤ ਹੀ ਦਿਲਚਸਪ ਸ਼ੁਰੂਆਤ ਵੀ ਹੈ। ਹਾਲਾਂਕਿ ਸਮਾਂ ਬਹੁਤ ਘੱਟ ਹੈ, 1.25 ਸਾਲ ਤੱਕ ਦਾ ਹੀ ਟਰਮ ਹੈ। ਉਸ ਤੋਂ ਬਾਅਦ ਦੁਬਾਰਾ ਜਲੰਧਰ ਦਾ ਇਲੈਕਸ਼ਨ ਹੋਣਾ ਹੈ, ਲੋਕ ਸਭਾ ਦੇ ਇਲੈਕਸ਼ਨ ਦੁਬਾਰਾ 2024 ਦੇ ਵਿੱਚ ਹੋਣੇ ਹੈ। ਸੋ ਉਸ ਵਕਤ ਤੱਕ ਜਿੰਨਾ ਉਹ ਸਮਾਂ ਕਰਨ ਅਤੇ ਜਿੰਨਾ ਉਹ ਪਰਫਾਰਮ ਕਰਨਗੇ ਲੋਕ ਸਭਾ ਦੇ ਵਿੱਚ, ਉਹ ਉਹਨਾਂ ਲਈ ਵਿਅਕਤੀਗਤ ਤੌਰ 'ਤੇ ਅਤੇ ਪਾਰਟੀ ਨੂੰ ਤਾਂ ਹੁਣ ਲੋੜ ਹੈ। ਪਾਰਟੀ ਨੂੰ ਇੱਕ ਲੋਕ ਸਭਾ ਦੇ ਵਿੱਚ ਮਜ਼ਬੂਤ ਬੁਲਾਰੇ ਦੀ ਲੋੜ ਹੈ। ਅਤੇ ਸੁਸ਼ੀਲ ਕੁਮਾਰ ਰਿੰਕੂ ਕਿੰਨੇ ਕੁ ਖਰੇ ਉਤਰਨਗੇ ਉਸ ਭੂਮਿਕਾ, ਉਸ ਰੋਲ ਦੇ ਵਿੱਚ, ਇਹ ਹੁਣ ਆਉਣ ਵਾਲੇ ਕੁਝ ਮਹੀਨਿਆਂ ਦੇ ਵਿੱਚ ਆਪਾਂ ਦੇਖਾਂਗੇ। ਕਿਉਂਕਿ ਲੋਕ ਸਭਾ ਦੇ ਵਿੱਚ ਵੀ ਪਾਰਟੀ ਦੀ ਸਟੇਕਸ ਬਹੁਤ ਹਾਈ ਨੇ। ਇਕੱਲਾ ਇੱਕ ਮੈਂਬਰ ਪਾਰਲੀਮੈਂਟ ਹੋਣਾ ਅਤੇ ਉੱਥੋਂ ਜਾ ਕੇ ਤੁਸੀਂ ਪੂਰੀ ਪਾਰਟੀ ਦਾ ਹੀ ਵਿਊ ਉੱਥੇ ਰੱਖਣਾ, ਹਰ ਵੱਡੇ ਛੋਟੇ ਇੰਪੋਰਟੈਂਟ ਸੈਂਸਿਟਿਵ ਵਿਸ਼ੇ ਦੇ ਉੱਤੇ ਹੁਣ ਜੇ ਲੋਕ ਸਭਾ ਦੇ ਵਿੱਚ ਆਵਾਜ਼ ਗੂੰਜੇਗੀ ਤਾਂ ਸੁਸ਼ੀਲ ਕੁਮਾਰ ਰਿੰਕੂ ਦੀ ਆਵਾਜ਼ ਗੂੰਜੇਗੀ। ਸੋ ਇਸ ਲਿਹਾਜ਼ ਦੇ ਨਾਲ ਇਹ ਇੱਕ ਜਲੰਧਰ ਦੇ ਲੋਕਾਂ ਲਈ ਵੀ, ਜਲੰਧਰ ਦੇ ਵੋਟਰਾਂ ਲਈ ਇੱਕ ਬੜੀ ਪਲੱਸ ਹੈ। ਲੇਕਿਨ ਆਪਾਂ ਗੱਲ ਕਰ ਰਹੇ ਸੀ ਵੀ ਜਿਹੜੀ ਰਾਜਨੀਤਿਕ ਮੌਕਾ ਪ੍ਰਸਤੀ ਹੁੰਦੀ ਹੈ, ਦਲ ਬਦਲਣਾ, ਇਹ ਸਾਰੀ ਦੀ ਸਾਰੀਆਂ ਜਿਹੜੀਆਂ ਮਾੜੀਆਂ ਸਿਆਸੀ ਰਵਾਇਤਾਂ ਪੈ ਚੁੱਕੀਆਂ ਨੇ, ਖਾਸ ਕਰਕੇ ਜ਼ਿਮਨੀ ਚੋਣਾਂ ਦੇ ਵਿੱਚ, ਉਹ ਇਸ ਵਕਤ ਇਗਨੋਰ ਕਰਤੀ ਹੈ ਲੋਕਾਂ ਨੇ। ਜਲੰਧਰ ਦੇ ਵੋਟਰਾਂ ਨੇ ਉਸ ਨੂੰ ਜ਼ਿਆਦਾ ਤਰਜੀਹ ਦਿੱਤੀ। ਵਿਰੋਧੀ ਪਾਰਟੀਆਂ ਦੇ ਪ੍ਰਚਾਰ, ਜਿਹੜਾ ਕਿ ਨਾ ਪੱਖੀ ਪ੍ਰਚਾਰ ਸੀ, ਇੱਕ ਨੈਗੇਟਿਵ ਪ੍ਰਚਾਰ ਸੀ, ਉਸ ਨੂੰ ਵੀ ਮੈਨੂੰ ਲੱਗਦਾ ਕੋਈ ਜ਼ਿਆਦਾ ਤਰਜੀਹ ਨਹੀਂ ਮਿਲ ਪਾਈ। ਸੋ ਲੈ ਦੇ ਕੇ ਇਸ ਨੂੰ ਆਪਾਂ ਇਹ ਕਹਾਂਗੇ ਕਿ ਇੱਕ ਜਿਹੜਾ ਏਜੰਡਾ ਸੀਗਾ, ਇੱਕ ਹਾਂ ਪੱਖੀ ਏਜੰਡਾ ਸੀਗਾ, ਓਵਰਆਲ ਬੈਨੀਫਿਟ ਵਿਨ ਵਿਨ ਸਿਚੁਏਸ਼ਨ ਹੋਵੇ ਸਭ ਲਈ, ਉਸ ਤਰਜੀਹ ਵੱਲ, ਉਸ ਸੈਂਟੀਮੈਂਟ ਵੱਲ ਜਲੰਧਰ ਦਾ ਵੋਟਰ ਭੁਗਤਿਆ ਹੈ ਅਤੇ ਉਸਨੇ ਆਮ ਆਦਮੀ ਪਾਰਟੀ ਨੂੰ ਸੱਤਾਧਾਰੀ ਧਿਰ ਜਿਹੜੀ ਪੰਜਾਬ ਦੀ ਹੈ ਉਸ ਦੇ ਉਮੀਦਵਾਰ ਨੂੰ ਜਿਤਾਇਆ ਹੈ। ਸੋ ਹੁਣ ਇਹ ਲੋਕਾਂ ਲਈ ਹੈ, ਜਲੰਧਰ ਹਲਕੇ ਲਈ ਕਿੰਨੀ ਵਿਨ ਵਿਨ ਹੋਏਗੀ ਇਹ ਤਾਂ ਫਾਈਨਲੀ 1.25 ਸਾਲ ਬਾਅਦ ਪਤਾ ਲੱਗੇਗਾ, ਅਤੇ ਉਹਦਾ ਕੋਈ ਮਾਪਣ ਦਾ ਆਂਕੜਾ, ਕੋਈ ਮਾਪਦੰਡ ਹੋਏਗਾ ਨਹੀਂ ਹੋਏਗਾ, ਵੀ ਡੋਂਟ ਨੋ। ਲੇਕਿਨ ਕੁਝ ਮਾੜੀਆਂ ਚੀਜ਼ਾਂ ਜਿਹੜੀਆਂ ਇਲੈਕਸ਼ਨ ਦੌਰਾਨ ਹੋਈਆਂ, ਚਾਹੇ ਉਹ ਸੱਤਾਧਾਰੀ ਧਿਰ ਵੱਲੋਂ ਹੋਈਆਂ ਜਾਂ ਵਿਰੋਧੀ ਧਿਰਾਂ ਵੱਲੋਂ ਵੀ, ਜਿਸ ਲੈਵਲ ਦਾ ਪ੍ਰਚਾਰ, ਜਿਸ ਤਰੀਕੇ ਦੇ ਇਸ਼ੂ ਲਿਆਂਦੇ ਗਏ, ਕੋਈ ਇਲਾਕਾ ਜਾਂ ਹਲਕਾ ਪੱਖੀ ਇਸ਼ੂ ਨਹੀਂ ਸਨ, ਉਹ ਇੱਕ ਜੈਨਰਿਕ ਜਿਹੇ ਇਸ਼ੂ ਸੀ ਜਿਨ੍ਹਾਂ ਨੂੰ ਉਭਾਰ ਕੇ ਇੱਕ ਸਿਆਸੀ ਸਾਖ ਦੀ ਲੜਾਈ ਬਣਾ ਕੇ ਇਸ ਚੋਣ ਦੇ ਵਿੱਚ ਸਰਕਾਰ ਨੂੰ ਢਾਣ ਦੀ ਕੋਸ਼ਿਸ਼ ਸੀ। ਲੇਕਿਨ ਉਸ ਦੇ ਵਿੱਚ ਵਿਰੋਧੀ ਧਿਰਾਂ ਇਸ ਵਾਰ ਕਾਮਯਾਬ ਨਹੀਂ ਹੋ ਪਾਈਆਂ। ਤੇ ਹੋਰ ਵਿਰੋਧੀ ਧਿਰਾਂ ਦੀ ਜਿਹੜੀ ਪਰਫਾਰਮੈਂਸ ਹੈ, ਖਾਸ ਤੌਰ ਤੇ ਕਾਂਗਰਸ ਬੜੀ ਕੌਨਫੀਡੈਂਟ ਸੀ ਵੀ ਅਸੀਂ ਇਹ ਸੀਟ ਲੈ ਜਾਵਾਂਗੇ, ਕਿਉਂਕਿ ਉੱਥੇ ਉਹ ਲਗਾਤਾਰ ਬਹੁਤ ਵਾਰੀ ਜਿੱਤਦੇ ਆਏ ਨੇ। ਤੇ ਫਿਰ ਸ਼੍ਰੋਮਣੀ ਅਕਾਲੀ ਦਲ ਬਸਪਾ ਦਾ ਜਿਹੜਾ ਕੋਅਲੀਸ਼ਨ ਸੀ, ਤੇ ਭਾਜਪਾ ਐਤਕੀ ਪਹਿਲੀ ਵਾਰ ਇਕੱਲੀ ਗਈ, ਹਾਲਾਂਕਿ ਚੌਥੇ ਸਥਾਨ ਤੇ ਰਹੀ। ਤਾਂ ਇਹ ਸਾਰਿਆਂ ਦੀ ਜਿਹੜੀ ਪਰਫਾਰਮੈਂਸ ਰਹੀ, ਉਹਨੂੰ ਕਿਵੇਂ ਦੇਖਦੇ ਹੋ? ਦੇਖੋ, ਵਿਰੋਧੀ ਧਿਰਾਂ ਲਈ ਆਪਣੇ ਮੈਸੇजेस ਨੇ, ਸਬਕ ਨੇ ਸਿੱਖਣ ਵਾਲੇ। ਕਾਂਗਰਸ ਲਈ ਸਭ ਤੋਂ ਵੱਡਾ ਸਬਕ ਹੈ ਵੀ ਇਕੱਠੇ ਹੋ ਕੇ ਨਹੀਂ ਤੁਰੋਗੇ, ਆਪਣੀ ਰਾਗ ਲਾਪੋਗੇ ਤਾਂ ਤੁਹਾਡਾ ਹਾਲ ਹੀ ਹੋਣਾ ਹੈ। ਹਾਲਾਂਕਿ ਇਹ ਚੋਣ ਜਿੱਤਣੀ ਬਹੁਤ ਔਖੀ ਸੀ। ਮੈਂ ਮੰਨਦਾ ਕਿ ਆਮ ਆਦਮੀ ਪਾਰਟੀ ਬੇਸ਼ੱਕ ਸੱਤਾਧਾਰੀ ਧਿਰ ਸੀ, ਬੇਸ਼ੱਕ ਇਕਜੁੱਟ ਸੀ, ਲੇਕਿਨ ਫਿਰ ਵੀ ਇਹ ਇਲੈਕਸ਼ਨ ਇੱਕ ਫਸਵੀਂ ਇਲੈਕਸ਼ਨ ਸੀ। ਉਹ ਵੱਖਰੀ ਗੱਲ ਹੈ ਕਿ ਜਿਹੜਾ ਮਾਰਜਨ 58,000 ਤੋਂ ਵੱਧ ਦਾ, 59,000 ਵੋਟਾਂ ਦਾ ਆਇਆ, ਉਹ ਇੱਕ ਬਹੁਤ ਹੀ ਕੰਫਰਟੇਬਲ ਮਾਰਜਨ ਹੈ। ਬਾਅਦ ਦੇ ਵਿੱਚ ਲੱਗੇ ਕਿ ਜਿੱਤ ਬਹੁਤ ਸੌਖੀ ਸੀ, ਲੇਕਿਨ ਜਦ ਤੱਕ ਪ੍ਰਚਾਰ ਰਿਹਾ, ਜੋ ਮਾਹੌਲ ਬਣਿਆ, ਜਿਸ ਤਰੀਕੇ ਦਾ ਦੋਵੇਂ ਧਿਰਾਂ ਵੱਲੋਂ ਪ੍ਰਚਾਰ ਕੀਤਾ ਗਿਆ ਜਾਂ ਇੱਕ ਦੂਸਰੇ ਦੇ ਖਿਲਾਫ ਜੋ ਵੀ ਇਸ਼ੂਜ਼ ਚੁੱਕੇ ਗਏ, ਉਹਨੂੰ ਵੇਖ ਕੇ ਲੱਗਦਾ ਨਹੀਂ ਸੀ ਕਿ ਐਡੀ ਸੌਖੀ ਆ, ਐਡੀ ਮਤਲਬ ਸਬਸਟੈਂਸ਼ੀਅਲ ਜਿੱਤ ਹੋਏਗੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਈ। ਸੋ ਕਾਂਗਰਸ ਪਾਰਟੀ, ਜੋ ਕਿ ਇਕੱਲੀ ਅਮਰਿੰਦਰ ਸਿੰਘ ਰਾਜਾ ਵੜਿੰਗ ਜਾਂ ਚਰਨਜੀਤ ਚੰਨੀ ਵਰਗੇ ਲੀਡਰ ਜੋ ਕਿ ਪ੍ਰਚਾਰ ਦੇ ਵਿੱਚ ਜ਼ਿਆਦਾ ਦਿਸੇ, ਨਵਜੋਤ ਸਿੰਘ ਸਿੱਧੂ ਵਰਗੇ ਲੀਡਰਾਂ ਦਾ, ਕੁਛ ਹੱਦ ਤੱਕ ਸੁਖਪਾਲ ਖਹਿਰੇ ਦਾ ਨਦਾਰਦ ਲੈਣ। ਦੇਖੋ, ਉਹਨਾਂ ਨੇ ਸਭ ਤੋਂ ਵੱਡਾ ਵਿਸ਼ਾ ਲਾਲਚੰਦ ਕਟਾਰੂ ਚੱਕ ਦਾ ਚੁੱਕਿਆ ਤਾਂ ਸਹੀ, ਲੇਕਿਨ ਉਸ ਵਿਸ਼ੇ ਨੂੰ ਉਛਾਲ ਕੇ ਪੋਲੀਟੀਕਲ ਡੋਮੇਨ ਦੇ ਵਿੱਚ ਲਿਆ ਕੇ ਉਹਨਾਂ ਨੇ ਚੋਣ ਪ੍ਰਚਾਰ ਦੇ ਵਿੱਚੋਂ ਨਹੀਂ ਉਤਰੇ। ਪਿੰਡਾਂ ਦੇ ਵਿੱਚ ਜਾਣਾ, ਇੱਕ ਜਿਹੜੀ ਗਰਾਊਂਡ ਲੈਵਲ ਦੀ ਕੈਂਪੇਨ ਹੁੰਦੀ ਹੈ, ਉਹ ਵੀ ਮੈਟਰ ਕਰਦੀ ਹੈ। ਸੋ ਕੁਛ ਜਿਹੜੇ ਲੀਡਰ ਸੀ ਉਹ ਵੱਡੀਆਂ ਗੱਲਾਂ ਜਾਂ ਵੱਡੇ ਆਪਣੇ ਕਹਿੰਦੇ ਕਿ ਰੈਲੀਆਂ ਦੇ ਵਿੱਚ ਆ ਜਾਓ, ਵੱਡੇ ਜਿਹੜੀਆਂ ਪਬਲਿਕ
ਪ੍ਰੈਜ਼ੈਂਸਿਸ ਹੁੰਦੀਆਂ ਨੇ ਉਹਨਾਂ ਨੂੰ ਆਪਣੀ ਹਾਜ਼ਰੀਆਂ ਦਰਜ ਕਰਵਾ ਕੇ ਇਹ ਸਥਾਪਿਤ ਕਰਨ ਦੀ ਕੋਸ਼ਿਸ਼ ਕਰੋ ਵੀ ਮੈਂ 2-4 ਰੈਲੀਆਂ ਦੇ ਵਿੱਚ ਖੜਾ ਹੋ ਕੇ ਜਾਂ ਪਬਲਿਕ ਮੀਟਿੰਗਾਂ ਦੇ ਵਿੱਚ ਬੋਲਾਂ ਤੇ ਲੋਕਾਂ ਦਾ ਮੂਡ ਪਰਿਵਰਤਨ ਹੋ ਜਾਏ। ਨਵਜੋਤ ਸਿੰਘ ਸਿੱਧੂ ਵਰਗੇ ਲੋਕ ਜਾਂ ਸੁਖਪਾਲ ਖਹਿਰਾ ਵੀ ਫॉर दैट ਮੈਟਰ ਉਹਦੇ ਸ਼ਾਮਿਲ ਸੀ। ਸੋ ਇੱਕ ਪਾਰਟੀ ਲਈ ਲੈਸਨ ਹੈ ਵੀ ਇੱਕ ਜੁਟਤਾ ਚਾਹੀਦੀ ਹੈ। ਗਰਾਊਂਡ ਦੇ ਉੱਤੇ ਕੰਮ ਤੁਹਾਨੂੰ ਕਾਫੀ ਕਰਨਾ ਪੈਣਾ, ਯੂ ਵਿਲ ਹੈਵ ਟੂ ਵਰਕ ਅ ਲੋਟ। ਜੇ ਤੁਸੀਂ ਗਰਾਊਂਡ ਦੇ ਉੱਤੇ ਕੰਮ ਨਹੀਂ ਕਰੋਗੇ ਬੂਥ ਟੂ ਬੂਥ ਲੈਵਲ, ਹੁਣ ਦੇਖੋ ਕਿ ਕਿੰਨੀਆਂ ਗੱਲਾਂ ਬਾਤਾਂ ਹੋਈਆਂ ਚੋਣਾਂ ਦੇ ਵਿੱਚ, ਲੇਕਿਨ ਫਾਈਨਲੀ ਜਿਹੜੀ ਗ੍ਰਾਸ ਰੂਟ ਲੈਵਲ ਦੀ ਜਿਹੜੀ ਇਲੈਕਸ਼ਨ ਮੈਨੇਜਮੈਂਟ ਹੈ ਉਸਨੇ ਮੈਟਰ ਕਰਨਾ ਹੁੰਦਾ ਤੇ ਉਹ ਮੈਟਰ ਕੀਤੀ ਵੀ। ਸੋ ਕਿਤੇ ਨਾ ਕਿਤੇ ਹਵਾਈ ਗੱਲਾਂ ਬਾਤਾਂ ਰਹਿ ਗਈਆਂ, ਵਿਰੋਧੀਆਂ ਦਾ ਪ੍ਰਚਾਰ ਜ਼ਿਆਦਾ ਸੀ। ਕਾਂਗਰਸ ਦੇ ਪੱਖੋਂ ਬਹੁਤ ਵੱਡੇ ਸਬਕ ਲੈਣ ਵਾਲੇ ਨੇ ਕਿ ਪਾਰਟੀ ਨੂੰ ਇਕਜੁੱਟ ਹੋਣ ਦੀ ਲੋੜ ਹੈ। ਅੱਜ ਜੇ ਵਿਰੋਧੀ ਖੇਮੇ ਦੇ ਵਿੱਚ ਹੋਣ ਦੇ ਬਾਵਜੂਦ ਵੀ ਜੇ ਪਾਰਟੀ ਇਕੱਠੇ ਨਹੀਂ ਤੁਰ ਪਾ ਰਹੀ ਤਾਂ ਫਿਰ ਭਵਿੱਖ ਦੀਆਂ ਲੜਾਈਆਂ, ਵੱਡੀਆਂ ਲੜਾਈਆਂ ਕਿਵੇਂ ਲੜ ਪਾਉਣਗੇ। ਉਸ ਪੱਖੋਂ ਆਮ ਆਦਮੀ ਪਾਰਟੀ ਇੱਕ ਜ਼ਿਆਦਾ ਯੂਨੀਫਾਈਡ ਯੂਨਿਟ ਦੇ ਰੂਪ ਵਿੱਚ, ਕੋਈ ਅੰਦਰ ਆਪਸ ਦੇ ਵਿੱਚ ਕੋਈ ਵਖਰੇਵੇਂ ਨਹੀਂ ਹੈਗੇ। ਅੰਦਰ ਭਾਵੇਂ ਕਈ ਕਿਸਮ ਦੀਆਂ ਗੱਲਾਂ ਚੱਲਦੀਆਂ ਹੋਣਗੀਆਂ, ਲੇਕਿਨ ਪਾਰਟੀ ਦੀ ਲੀਡਰਸ਼ਿਪ ਅਰਵਿੰਦ ਕੇਜਰੀਵਾਲ ਜਾਂ ਭਗਵੰਤ ਮਾਨ ਨੂੰ ਆਪਣਾ ਲੀਡਰ ਮੰਨ ਕੇ ਅੱਗੇ ਤੁਰੀਆਂ ਤੇ ਕੋਈ ਜ਼ਿਆਦਾ ਡਿਫਰੈਂਸਿਸ ਨਹੀਂ ਤੇ ਇੱਕ ਸਾਫ਼ ਸੁਥਰੀ ਲੜਾਈ ਲੜ ਕੇ ਉਹ ਠੀਕ ਹੈ ਤਾਂ ਤਰੀਕੇ ਜਿਹੜੇ ਮਰਜ਼ੀ ਅਪਣਾਏ, ਲੇਕਿਨ ਇੱਕ ਕਲੀਅਰ ਕੱਟ ਸਿਆਸੀ ਲੜਾਈ ਸੀ ਜਿਸ ਨੂੰ ਲੜ ਕੇ ਉਹ ਜਿੱਤ ਗਏ। ਕਾਂਗਰਸ ਹਾਰ ਗਈ। ਕਾਂਗਰਸ ਲਈ ਬਹੁਤ ਵੱਡੇ ਲੈਸਨਸ ਨੇ। ਤੁਸੀਂ ਦੂਸਰੀ ਹੋਰ ਪਾਰਟੀ ਦੀ ਗੱਲ ਕੀਤੀ ਸੀ, ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਲਈ ਵੀ ਕਈ ਟੇਕਅਵੇਜ਼ ਹੈਗੇ ਨੇ, ਕਿਉਂਕਿ ਇਹ ਦੋਵਾਂ ਪਾਰਟੀਆਂ ਦੇ ਵਿੱਚ ਵੀ ਇੱਕ ਵਰਚਸਵ ਨੂੰ ਸਥਾਪਿਤ ਕਰਨ ਦੀ ਹੋੜ ਤਾਂ ਲੱਗੀ ਹੋਈ ਸੀ, ਕਿਉਂਕਿ ਦੋਵਾਂ ਦੇ ਵਿੱਚ ਭਵਿੱਖ ਦੇ ਵਿੱਚ ਕੋਈ ਸਮਝੌਤਾ ਜੇ ਹੋ ਜਾਂਦਾ ਹੈ, ਕੋਈ ਆਪਸ ਦੇ ਵਿੱਚ ਗੱਠਜੋੜ ਹੋ ਜਾਂਦਾ ਜਿਵੇਂ ਕਿ 20-22 ਸਾਲਾਂ ਤੱਕ ਰਿਹਾ, ਉਸ ਸਥਿਤੀ ਦੇ ਵਿੱਚ ਵੱਡਾ ਭਰਾ ਕੌਣ ਹੋਏਗਾ, ਪਾਰਟਨਰ ਕੌਣ ਹੋਏਗਾ। ਸੋ ਉਸ ਲਿਹਾਜ਼ ਦੇ ਨਾਲ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਜਾਂ ਉਹਨਾਂ ਦੀ ਲੀਡਰਸ਼ਿਪ ਨੂੰ ਵੀ ਕੁਝ ਮੈਸੇजेस ਮਿਲੇ ਨੇ। ਹੱਥ ਅਕਾਲੀ ਦਲ ਦੀ ਲੀਡਰਸ਼ਿਪ ਨੇ ਆਪਣਾ ਉੱਤੇ ਰੱਖਣ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਹੈ, ਕਿਉਂਕਿ ਉਹਨਾਂ ਦੀ ਵੋਟ ਜਿਹੜੇ ਸੀਗੇ, ਕਿਉਂਕਿ ਜਲੰਧਰ ਦਾ ਅਜਿਹਾ ਇਲਾਕਾ ਮੰਨਿਆ ਜਾਂਦਾ ਜਿੱਥੇ ਕਿ ਜ਼ਿਆਦਾਤਰ ਸ਼ਹਿਰੀ ਇਲਾਕੇ ਹੋਣ ਦੇ ਕਾਰਨ ਬੀਜੇਪੀ ਬਹੁਤ ਸਟਰੋਂਗ ਹੈ। ਇੱਕ ਬਹੁਤ ਪ੍ਰੀਡੋਮੀਨੈਂਟਲੀ ਇੱਕ ਅਰਬਨ ਸਾਈਜ਼ੇਬਲ ਵੋਟ ਬੈਂਕ ਹੈ ਜਿੱਥੇ ਕਿ ਬੀਜੇਪੀ ਹਮੇਸ਼ਾ ਚੰਗਾ ਪਰਫਾਰਮ ਕਰਦੀ ਰਹੀ ਹੈ। ਜਿਹੜੇ ਚੋਣਾਂ ਦੇ ਵਿੱਚ ਉਹਨਾਂ ਦੀ ਜਿੱਤ ਹੋਈ ਹੈ ਜਾਂ ਕਹਿ ਲਓ ਵੀ ਉਹਨਾਂ ਦੀ ਸਰਕਾਰਾਂ ਬਣੀਆਂ ਨੇ ਅਕਾਲੀ ਦਲ ਤੇ ਭਾਜਪਾ ਦੀਆਂ। ਸੋ ਬੀਜੇਪੀ ਦੀ ਇੱਕ ਸਬਸਟੈਂਸ਼ੀਅਲ ਲੀਡਰਸ਼ਿਪ ਹੈ, ਲੇਕਿਨ ਉਸ ਦੇ ਬਾਵਜੂਦ ਜੇ ਉਹ ਚੌਥੇ ਨੰਬਰ ਤੇ ਆਉਂਦੀ ਹੈ, ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਨੇ ਵੀ ਕਿੰਨਾ ਪ੍ਰਚਾਰ ਕਰ ਲਿਆ ਜਾਂ ਹੋਰ ਬੀਜੇਪੀ ਦੇ ਜਿਹੜੇ ਅੱਛੇ ਲੀਡਰ ਸੀ ਉਹਨਾਂ ਨੇ ਕੀ ਆਪਣੇ ਆਪ ਨੂੰ ਇਸ ਕੰਟੈਂਸ਼ਨ ਦੇ ਵਿੱਚ ਵੀ ਮੰਨਿਆ ਸੀ ਕਿ ਉਹ ਵਾਕਈ ਤੀਸਰੀ ਤੇ ਚੌਥੇ ਨੰਬਰ ਦੀ ਲੜਾਈ ਸੀ। ਇਹ ਲੜਾਈ ਆਪਸ ਵਿੱਚ ਚੱਲ ਰਹੀ ਸੀ। ਇੰਝ ਲੱਗਾ ਕਿ ਅਕਾਲੀ ਦਲ ਤੇ ਬੀਜੇਪੀ ਦਾ ਆਪਸ ਦੇ ਵਿੱਚ ਇੱਕ ਦੂਸਰੇ ਤੋਂ ਵੱਡਾ ਸਾਬਿਤ ਹੋਣ ਜਾਂ ਇੱਕ ਦੂਸਰੇ ਨੂੰ ਛੋਟਾ ਸਾਬਿਤ ਕਰਨ ਦੇ ਪੱਖੋਂ ਹੀ ਲੜਾਈ ਲੜ ਰਹੇ ਸੀ ਤੇ ਉਹਦੇ ਵਿੱਚ ਅਕਾਲੀ ਦਲ ਨੇ ਬਾਜ਼ੀ ਮਾਰੀ ਹੈ। ਲੇਕਿਨ ਹਾਂ, ਇਹ ਜੇ ਤੁਸੀਂ ਦੋਵਾਂ ਦੇ ਇਕੱਠੇ ਵੋਟਾਂ ਨੂੰ ਰਲਾ ਲਓ ਤਾਂ ਕਿਤੇ ਨਾ ਕਿਤੇ ਇੱਕ ਵੱਡੀ ਧਿਰ ਦੇ ਰੂਪ ਵਿੱਚ ਸਾਹਮਣੇ ਆਉਂਦੇ ਨੇ। ਤਾਂ ਭਵਿੱਖ ਦੇ ਵਿੱਚ ਜੇ ਇਸ ਅੰਕੜੇ ਨੂੰ ਦੇਖਿਆ ਜਾਏਗਾ ਕਿ ਅਕਾਲੀ ਦਲ ਨੂੰ ਕਿੰਨੀਆਂ ਵੋਟਾਂ ਪਈਆਂ, ਬੀਜੇਪੀ ਨੂੰ ਕਿੰਨੀਆਂ ਵੋਟਾਂ ਪਈਆਂ, ਅਲੱਗ-ਅਲੱਗ ਲਹਿਦਾ ਲੜਦੇ ਹੋਏ, ਤੇ ਜੇ ਇਕੱਠੇ ਲੜਦੇ ਤਾਂ ਫਿਰ ਪੋਸੀਬਿਲਿਟੀ ਕੀ ਹੋ ਸਕਦੀ ਸੀ। ਸੋ ਇੱਕ ਬੜਾ ਵੱਡਾ ਇਕੁਏਸ਼ਨ ਹੈ ਜੋ ਕਿ ਕਾਫੀ ਹੱਦ ਤੱਕ ਰੈਟਲ ਕਰਨੀ ਚਾਹੀਦੀ ਹੈ। ਕਿਸ ਨੂੰ? ਕਾਂਗਰਸ ਨੂੰ। ਆਮ ਆਦਮੀ ਪਾਰਟੀ ਦਾ ਸਰਕਾਰ ਦੇ ਵਿੱਚ ਹੈ, ਸੱਤਾਧਾਰੀ ਧਿਰ ਹੈ, ਲੇਕਿਨ ਮੁੱਖ ਜਿਹੜੀ ਵਿਰੋਧੀ ਧਿਰ ਹੈ ਉਹ ਇਸ ਵਕਤ ਕਾਂਗਰਸ ਹੈਗੀ ਹੈ। ਲੇਕਿਨ ਜੇ ਦੋ ਅਜਿਹੀਆਂ ਪਾਰਟੀਆਂ ਜੋ ਕਿ ਕਿਸੇ ਸਮੇਂ ਗੱਠਜੋੜ ਸੀ ਤੇ ਭਵਿੱਖ ਦੇ ਗੱਠਜੋੜ ਲਈ ਤਿਆਰ ਖੜੀਆਂ ਨੇ, ਜੇ ਉਹ ਦੋਵੇਂ ਕੰਸੋਲੀਡੇਟ ਕਰਕੇ 2.5 ਜਾਂ 3 ਲੱਖ ਦੇ ਨੇੜੇ ਵੋਟ ਲੈ ਜਾਂਦੀਆਂ ਨੇ ਤਾਂ ਇਸ ਦਾ ਮਤਲਬ ਇਹ ਹੈ ਕਿ ਜਿਹੜੀ ਵਿਰੋਧੀ ਧਿਰ ਦਾ ਜਿਹੜਾ ਵਰਚਸਵ ਹੈ ਜਾਂ ਉਹਨਾਂ ਦਾ ਉਸ ਧਿਰ ਦੇ ਰੂਪ ਵਿੱਚ ਆਪਣੇ ਆਪ ਨੂੰ ਸਥਾਪਿਤ ਕਰਨ ਦਾ ਜਿਹੜਾ ਇੱਕ ਬੇਸ ਹੈ ਉਸ ਨੂੰ ਵੀ ਖੋਰਾ ਲੱਗਦਾ ਪਿਆ ਹੈ। ਸੋ ਇਸ ਪੱਖੋਂ ਵੇਖਣਾ ਪੈਣਾ, ਇਟ ਇਜ਼ ਅ ਵੈਰੀ ਕਲੋਜ਼ ਇਕੁਏਸ਼ਨ। ਆਪਸ ਦੇ ਵਿੱਚ ਇਹ ਦੋਵੇਂ ਪਾਰਟੀਆਂ ਨੇੜੇ ਆ ਰਹੀਆਂ ਨੇ ਤੇ ਨੇੜੇ ਆਉਣ ਦੀ ਸਥਿਤੀ ਦੇ ਵਿੱਚ ਕਾਂਗਰਸ ਨੂੰ ਸਭ ਤੋਂ ਵੱਡਾ ਖਤਰਾ ਇਹਨਾਂ ਦੋਵਾਂ ਤੋਂ ਫਿਲਹਾਲ ਨਜ਼ਰ ਆ ਰਿਹਾ ਹੈ। ਜੀ ਰਿਤੇਸ਼ ਜੀ, ਇੱਕ ਹੋਰ ਇਸ਼ੂ ਲੈ ਕੇ ਇਸ ਸਿਆਸਤ ਕਾਫੀ ਚਰਚਾ ਵਿੱਚ ਰਿਹਾ, ਉਹ ਸੀ ਸਿੱਧੂ ਮੂਸੇਵਾਲੇ ਦੀ ਜਸਟਿਸ। ਤਾਂ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਬਲਕੌਰ ਸਿੰਘ ਤੇ ਚਰਨ ਕੌਰ ਜੀ ਇਲੈਕਸ਼ਨ ਦੇ ਮੈਦਾਨ 'ਚ ਜਾਂਦੇ ਆ, ਪ੍ਰਚਾਰ ਵੀ ਕਰਦੇ ਨੇ। ਹਾਲਾਂਕਿ ਸਰਕਾਰ ਦੀ ਜਿੱਤ ਹੋ ਜਾਂਦੀ, ਆਮ ਆਦਮੀ ਪਾਰਟੀ ਜਿੱਤ ਹੋਈ, ਕੀ ਉਹਨਾਂ ਵਾਸਤੇ ਜਸਟਿਸ ਦਾ ਰਾਹ ਹੁਣ ਹੋਰ ਔਖਾ ਹੋ ਜੂ ਕਿਉਂਕਿ ਉਹਨਾਂ ਨੇ ਸਰਕਾਰ ਦੇ ਖਿਲਾਫ ਪ੍ਰਚਾਰ ਕੀਤਾ? ਬਿਲਕੁਲ ਜੀ, ਦੇਖੋ ਫਰਕ ਪਏਗਾ ਇਹਦੇ ਨਾਲ। ਸਿੱਧੂ ਮੂਸੇਵਾਲਾ ਫਰਕ ਤਾਂ ਕੀ ਪੈਣਾ, ਸਰਕਾਰ ਨੇ, ਪੁਲਿਸ ਨੇ ਆਪਣਾ ਕੰਮ ਕਰਨਾ, ਉਸ ਕੇਸ ਦੇ ਵਿੱਚ ਇਨਵੈਸਟੀਗੇਸ਼ਨਾਂ ਚੱਲਦੀਆਂ ਪਈਆਂ ਨੇ। ਲੇਕਿਨ ਜਿਸ ਤਰੀਕੇ ਦੀ ਇੱਕ ਪੋਲੀਟੀਕਲ ਕਲਰਿੰਗ ਦੇ ਗਏ ਬਲਕੌਰ ਸਿੰਘ ਇਸ ਚੋਣ ਪ੍ਰਚਾਰ ਦੇ ਵਿੱਚ ਡਾਇਰੈਕਟਲੀ ਸਰਕਾਰ ਦੇ ਖਿਲਾਫ ਉਤਰ ਕੇ, ਮੈਨੂੰ ਲੱਗਦਾ ਕਿ ਉਸ ਦੇ ਨਾਲ ਇੱਕ ਅਜਿਹੀ ਚੀਜ਼ ਸੀ ਜੋ ਕਿ ਸ਼ਾਇਦ ਉਹ ਜੇ ਨਾ ਕਰਦੇ ਤਾਂ ਜ਼ਿਆਦਾ ਬੈਟਰ ਰਹਿੰਦੇ। ਹਾਲਾਂਕਿ ਉਹਨਾਂ ਨੇ ਇਸ ਆਪਣੀ ਜਿਹੜੀ ਜਿੰਨੀ ਵੀ ਕੈਂਪੇਨ ਕੀਤੀ, ਪ੍ਰਚਾਰ ਕੀਤਾ, ਉਸ ਦੇ ਵਿੱਚ ਮਤਲਬ ਉਹਨਾਂ ਦਾ ਮਕਸਦ ਸੀਗਾ ਵੀ ਆਪਣੇ ਬੇਟੇ ਦੀ ਇਨਸਾਫ ਦੀ ਗੱਲ ਕਰਨਾ। ਤੇ ਜੇ ਸਰਕਾਰਾਂ ਚੋਣਾਂ ਹੀ ਇੱਕ ਮੌਕਾ ਹੁੰਦੀਆਂ ਨੇ ਜਦੋਂ ਕਿ ਤੁਸੀਂ ਜਾ ਕੇ ਸਰਕਾਰਾਂ ਦੀ ਜਵਾਬਦੇਹੀ ਨੂੰ ਲੋਕਾਂ ਦੀ ਕਚਹਿਰੀ ਦੇ ਵਿੱਚ ਪੁੱਛ ਸਕਦੇ ਹੋ, ਜਵਾਬ ਲੈ ਸਕਦੇ ਹੋ। ਸੋ ਉਸ ਲਿਹਾਜ਼ ਦੇ ਨਾਲ ਤਾਂ ਉਹਨਾਂ ਨੇ ਜੋ ਕੀਤਾ ਠੀਕ ਕੀਤਾ। ਲੇਕਿਨ ਸਮਝਣ ਦੀ ਗੱਲ ਇਹ ਸੀ ਕਿ ਅਜੇ ਤੱਕ ਉਹ ਸਰਕਾਰ ਦੇ ਵਿਰੁੱਧ ਇੱਕ ਧਿਰ ਬਣ ਕੇ ਖੜੇ ਨਹੀਂ ਹੋਏ ਸਨ। ਸਰਕਾਰ ਦੇ ਮੰਤਰੀਆਂ ਨੂੰ, ਮੁੱਖ ਮੰਤਰੀ ਨੂੰ
ਜਾਂ ਪੰਜਾਬ ਦੇ ਡੀਜੀਪੀ ਨੂੰ ਜਾਂ ਲੋਕਾਂ ਨੂੰ ਉਹਨਾਂ ਦੇ ਨਾਲ ਅਜੇ ਵੀ ਗੱਲਬਾਤ ਕਰਨੀ ਪੈ ਰਹੀ ਸੀ, ਅਜੇ ਵੀ ਕਰਨੀ ਪਏਗੀ। ਨਾਟ ਦੈਟ ਕਿ ਬਿਲਕੁਲ ਆਪਸ ਦੇ ਵਿੱਚ ਗੱਲਬਾਤ ਬੰਦ ਹੋ ਜਾਏਗੀ, ਲੇਕਿਨ ਹੁਣ ਇੱਕ ਵਿਰੋਧੀ ਧਿਰ ਬਣ ਕੇ ਸਾਹਮਣੇ ਆ ਗਏ ਨੇ, ਕਿਉਂਕਿ ਸਿੱਧੂ ਮੂਸੇਵਾਲਾ ਖੁਦ ਕਾਂਗਰਸ ਦੇ ਲੀਡਰ ਸੀ। ਕਾਂਗਰਸ ਦੀ ਲੀਡਰਸ਼ਿਪ ਦਾ ਉਹਨਾਂ ਦੇ ਪਿੱਛੇ ਖੜਾ ਹੋਣਾ ਇੱਕ ਵੱਖਰਾ ਵਿਸ਼ਾ ਹੁੰਦਾ, ਲੇਕਿਨ ਜਦੋਂ ਖੁਦ ਇੱਕ ਤੁਸੀਂ ਸਿਆਸੀ ਧਿਰ ਬਣ ਕੇ ਕਿਸੇ ਸੱਤਾਧਾਰੀ ਧਿਰ ਦੀ ਵਿਰੋਧਤਾ ਕਰ ਦਿਓ ਕਿਸੇ ਚੋਣ ਦੇ ਵਿੱਚ ਉਤਰ ਕੇ, ਤੁਹਾਡੇ ਕੋਲ ਕੁਝ ਕ੍ਰੈਡੈਂਸ਼ੀਅਲਸ ਲੂਜ਼ ਹੁੰਦੇ ਨੇ। ਠੀਕ ਹੈ, ਅੱਜ ਤੱਕ ਜੋ ਮਿਆਰ ਦੇ ਉੱਤੇ ਬਲਕੌਰ ਸਿੰਘ ਨੇ ਲੜਾਈ ਲੜੀ ਹੈ, ਇਨਸਾਫ ਦੀ ਗੱਲ ਕੀਤੀ ਹੈ, ਉਸ ਦੇ ਵਿੱਚ ਲੋਕ ਉਹਨਾਂ ਦੇ ਨਾਲ ਵੀ ਹੋ ਸਕਦੇ ਨੇ ਤੇ ਬਹੁਤ ਲੋਕ ਨਾਲ ਹੈਗੇ ਨੇ। ਲੇਕਿਨ ਜੇ ਗੱਲ ਕਹੀਏ ਕਿ ਇੱਕ ਪੋਲੀਟੀਕਲ ਐਨਵਾਇਰਨਮੈਂਟ ਦੇ ਵਿੱਚ ਇੱਕ ਚੋਣ ਸਾਹਮਣੇ ਹੈ ਤੇ ਉਹਨਾਂ ਚੋਣਾਂ ਦੇ ਨਤੀਜਿਆਂ ਦੇ ਉੱਤੇ ਅਸਰ ਪਾਉਣ ਦੇ ਮਕਸਦ ਦੇ ਨਾਲ ਜਦੋਂ ਪ੍ਰਚਾਰ ਕੀਤਾ ਜਾਂਦਾ ਤਾਂ ਨਿਰੋਲ ਸਿਆਸੀ ਪ੍ਰਚਾਰ ਹੋ ਜਾਂਦਾ ਹੈ। ਉਸ ਦੇ ਵਿੱਚ ਤੁਸੀਂ ਧਿਰ ਬਣ ਕੇ ਧਿਰ ਸਾਬਤ ਵੀ ਹੋ ਗਏ, ਧਿਰ ਬਣ ਵੀ ਗਏ, ਤੇ ਇਹਦੇ ਵਿੱਚ ਤੁਸੀਂ ਕਦੇ ਉਸ ਤੋਂ ਕੋਈ ਲੁਕਾ ਵੀ ਨਹੀਂ ਕੀਤਾ। ਸੋ ਉਸ ਲਿਹਾਜ਼ ਨਾਲ ਮੈਨੂੰ ਲੱਗਦਾ ਕਿ ਇਹ ਇੱਕ ਇੰਨੀ ਵਧੀਆ ਗੱਲਬਾਤ ਨਹੀਂ ਹੈ, ਕਿਉਂਕਿ ਸਾਰੇ ਚਾਹੁੰਦੇ ਨੇ ਕਿ ਸਿੱਧੂ ਮੂਸੇਵਾਲਾ ਕੇਸ ਦੇ ਵਿੱਚ ਇੱਕ ਇਨਸਾਫ ਹੋਵੇ, ਸਾਰੇ ਚਾਹੁੰਦੇ ਨੇ ਕਿ ਉਸ ਦੇ ਜਿਹੜੇ ਦੋਸ਼ੀਆਂ ਨੂੰ ਫੜਿਆ ਜਾਵੇ। ਲੇਕਿਨ ਕਿਉਂਕਿ ਹੁਣ ਮਾਮਲਾ ਇੱਕ ਪੋਲੀਟੀਕਲ ਓਵਰਟੋਨ ਲੈ ਰਿਹਾ, ਹਾਲਾਂਕਿ ਇਸ ਤੋਂ ਪਹਿਲਾਂ ਓਵਰਟੋਨ ਸੀਗੀਆਂ ਕਾਂਗਰਸ ਦੇ ਲੀਡਰ ਹੋਣ ਦੇ ਨਾਤੇ ਸਿੱਧੂ ਮੂਸੇਵਾਲਾ ਦੇ ਕੇਸ ਦੇ ਵਿੱਚ ਜਿਹੜੀ ਪੜਤਾਲ ਹੈ ਉਸ ਦੀ ਰਫ਼ਤਾਰ ਸ਼ਾਇਦ ਉਨੀ ਤੇਜ਼ੀ ਨਹੀਂ ਪਕੜ ਸਕੀ। ਕੋਈ ਹੋਰ ਪਾਰਟੀ ਦਾ ਜਾਂ ਕੋਈ ਹੋਰ ਲੀਡਰ ਹੁੰਦਾ ਤਾਂ ਸ਼ਾਇਦ ਉਸ ਕੇਸ ਦੇ ਵਿੱਚ ਇੱਕ ਵੱਖਰੇ ਲੈਵਲ ਦੇ ਉੱਤੇ ਗੱਲਬਾਤ ਜਾਣੀ ਸੀ, ਲੇਕਿਨ ਕਿਉਂਕਿ ਇੱਕ ਸਿਆਸੀ ਲੀਡਰ ਵੀ ਸੀ, ਇਸ ਵਾਸਤੇ ਸ਼ਾਇਦ ਉਹਨਾਂ ਦਿਲਚਸਪੀ ਨਹੀਂ ਦਿਖਾਈ ਗਈ, ਜਾਂ ਕਹਿ ਲਈਏ ਕਿ ਜਿਹੜੀ ਕਾਰਵਾਈ ਹੋਈ ਵੀ ਉਹ ਉਹਨਾਂ ਇੱਕ ਜਿਹੜਾ ਕਹਿੰਦੇ ਜਿਹਨੂੰ ਗੈਪ ਹੁੰਦਾ, ਕਮਿਊਨੀਕੇਸ਼ਨ ਗੈਪ ਰਿਹਾ ਪਰਿਵਾਰ ਦੇ ਵਿੱਚ ਤੇ ਸਰਕਾਰ ਦੇ ਵਿੱਚ। ਸੋ ਇਹ ਜਿਹੜਾ ਕਮਿਊਨੀਕੇਸ਼ਨ ਗੈਪ ਸੀ, ਇਸ ਨੂੰ ਭਰਨ ਦੀ ਗੱਲ ਤਾਂ ਬਹੁਤ ਦੂਰ ਰਹਿ ਜਾਂਦੀ ਹੈ ਜਦੋਂ ਖੁਦ ਹੀ ਬਲਕੌਰ ਸਿੰਘ ਜਾ ਕੇ ਪਿੰਡ ਪਿੰਡ ਪ੍ਰਚਾਰ ਕਰਦੇ ਨੇ। ਉਸ ਤੋਂ ਬਾਅਦ ਹੁਣ ਉਹ ਜਿਹੜਾ ਇੱਕ ਕਹਿੰਦੇ ਯੂ ਹੈਵ ਬਰਨ ਯੋਰ ਬ੍ਰਿਜਸ, ਆਪਣੇ ਬ੍ਰਿਜਸ ਨੂੰ ਤੁਸੀਂ ਸਾੜਤਾ ਹੈ। ਸੋ ਉਸ ਤੋਂ ਬਾਅਦ ਤੁਸੀਂ ਕੀ ਉਹ ਵਾਲੀ ਇਕੁਏਸ਼ਨ ਸਰਕਾਰਾਂ ਦੇ ਨਾਲ, ਮੁੱਖ ਮੰਤਰੀਆਂ ਦੇ ਨਾਲ, ਅਸਲ ਦੇ ਵਿੱਚ ਤਾਂ ਆਉਣ ਵਾਲੇ 4 ਸਾਲਾਂ ਤੱਕ ਸਰਕਾਰ ਤਾਂ ਭਗਵੰਤ ਮਾਨ ਦੀ ਹੀ ਹੈ। ਸੋ ਕੰਮ ਤਾਂ ਇਹ ਲੋਕਾਂ ਨੇ ਹੀ ਕਰਨਾ, ਤੁਹਾਨੂੰ ਕੰਮ ਹਰ ਛੋਟੀ ਵੱਡੀ ਗੱਲ ਲਈ ਇਸੀ ਸਰਕਾਰ ਦੇ ਚੌਖਟ ਦੇ ਉੱਤੇ ਜਾਣਾ ਪੈਣਾ ਹੈ। ਠੀਕ ਹੈ, ਤੁਸੀਂ ਉਸ ਨੂੰ ਦਬਾਅ ਪਾ ਕੇ ਸਰਕਾਰ ਨੂੰ ਮਜਬੂਰ ਕਰ ਸਕਦੇ ਹੋ ਕਈ ਚੀਜ਼ਾਂ ਲਈ, ਕਈ ਪੱਖਾਂ ਤੋਂ, ਲੇਕਿਨ ਐਟ ਐਂਡ ਆਫ ਦਾ ਡੇ ਸਰਕਾਰ ਹੁੰਦੀ ਹੈ। ਸੋ ਉਸ ਪੁਆਇੰਟ ਆਫ ਵਿਊ ਨਾਲ ਇਹ ਕਿੰਨਾ ਕੁ ਸਹੀ ਕਦਮ ਸੀ ਉਹਨਾਂ ਦਾ ਚੋਣ ਪ੍ਰਚਾਰ ਦੇ ਵਿੱਚ ਉਤਰ ਕੇ ਡਾਇਰੈਕਟਲੀ ਵਿਰੋਧਤਾ ਕਰਨਾ ਆਫੀਸ਼ੀਅਲ ਕੈਂਡੀਡੇਟ ਦੀ, ਜਾਂ ਕਹਿ ਲਈਏ ਸਰਕਾਰੀ ਕੈਂਡੀਡੇਟ ਦੀ। ਇਹ ਇੱਕ ਮੈਨੂੰ ਲੱਗਦਾ ਇੱਕ ਅਣਸੁਖਾਵੀਂ ਜਿਹੀ ਸਥਿਤੀ ਬਣ ਗਈ, ਤੇ ਉਸ ਤੋਂ ਬਾਅਦ ਵੀ ਜੇ ਜਿੱਤ ਹੋ ਜਾਂਦੀ ਹੈ ਸਰਕਾਰ ਦੇ ਕੈਂਡੀਡੇਟ ਦੀ ਤਾਂ ਫਿਰ ਆਪਣੇ ਕ੍ਰੈਡੈਂਸ਼ੀਅਲਸ ਥੋੜ੍ਹੇ ਜਿਹੇ ਨੀਵੇਂ ਆਉਂਦੇ ਨੇ। ਸੋ ਮੈਨੂੰ ਲੱਗਦਾ ਕਿ ਉਸ ਹਿਸਾਬ ਨਾਲ ਬਲਕੌਰ ਸਿੰਘ ਉਹਨਾਂ ਨੂੰ ਥੋੜ੍ਹਾ ਜਿਹਾ ਇਸ ਚੀਜ਼ ਦਾ ਝਟਕਾ ਵੀ ਲੱਗਿਆ। ਹਾਲਾਂਕਿ ਉਹਨਾਂ ਲਈ ਜਿੱਤ ਹਾਰ ਮੈਟਰ ਨਹੀਂ ਸੀ ਕਰਦੀ, ਉਹਨਾਂ ਨੇ ਆਪਣਾ ਮੈਸੇਜ ਸੁਨੇਹਾ ਦੇਣਾ ਸੀ ਜੋ ਕਿ ਉਹਨਾਂ ਨੇ ਦਿੱਤਾ, ਲੇਕਿਨ ਐਟ ਦ ਐਂਡ ਆਫ ਦਾ ਡੇ ਨਤੀਜਿਆਂ ਦੇ ਨਾਲ ਚੀਜ਼ਾਂ ਨੂੰ ਜਾਂ ਟ੍ਰੈਂਡਸ ਨੂੰ, ਰੁਝਾਨਾਂ ਨੂੰ ਜੋੜ ਕੇ ਵੇਖਿਆ ਜਾਣਾ ਜ਼ਰੂਰੀ ਹੈ ਤੇ ਜੋੜ ਕੇ ਦੇਖਿਆ ਜਾਏਗਾ ਵੀ। ਸੋ ਉਸੇ ਚੀਜ਼ ਨੂੰ ਜਦੋਂ ਆਪਾਂ ਦੇਖਦੇ ਹਾਂ ਤਾਂ ਸ਼ਾਇਦ ਬਲਕੌਰ ਸਿੰਘ ਹੋਣਾ ਲਈ ਇਸ ਪੂਰੀ ਦੀ ਪੂਰੀ ਜਿਹੜੀ ਲਾਰਜਰ ਮੁਹਿੰਮ ਸੀ ਜਸਟਿਸ ਫॉर ਸਿੱਧੂ ਮੂਸੇਵਾਲਾ, ਉਸ ਦੇ ਵਿੱਚ ਇੱਕ ਸੈਟਬੈਕ, ਇੱਕ ਲਿਮਿਟਿਡ ਲੈਵਲ ਦਾ ਸੈਟਬੈਕ ਇਸ ਚੋਣ ਦੇ ਨਤੀਜੇ ਨੂੰ ਵੀ ਮੰਨਿਆ ਜਾ ਸਕਦਾ ਹੈ। ਜੀ ਰਿਤੇਸ਼ ਜੀ, ਜਿਵੇਂ ਤੁਸੀਂ ਕਹਿ ਰਹੇ ਹੋ ਤਾਂ ਕੀ ਸਿੱਧੂ ਮੂਸੇਵਾਲਾ ਦਾ ਜਿਹੜਾ ਜਸਟਿਸ ਦਾ ਕੇਸ ਸਿਰਫ ਸੋਸ਼ਲ ਮੀਡੀਆ ਤੱਕ ਸੀਮਿਤ ਰਹਿ ਗਿਆ, ਲੋਕਾਂ ਦੇ ਮਨਾਂ 'ਚ ਉਹ ਇਸ਼ੂ ਡਾਈ ਡਾਊਨ ਹੋ ਰਿਹਾ, ਕੀ ਇਹ ਵੀ ਇਸ ਚੀਜ਼ ਤੋਂ ਸਮਝਿਆ ਜਾ ਰਿਹਾ? ਨਹੀਂ, ਉਹਦਾ ਇਹ ਮਤਲਬ ਬਿਲਕੁਲ ਨਹੀਂ ਹੈ, ਨਾਟ ਦੈਟ ਇਟ ਇਜ਼ ਨਾਟ, ਬਟ ਕਹਿਣ ਦਾ ਪਰਪਸ ਹੈ ਕਿ ਇਹ ਚੀਜ਼ ਕੀ ਅਵੋਇਡੇਬਲ ਸੀ, ਉਹਨਾਂ ਨੂੰ ਅਵੋਇਡ ਕਰਨੀ ਚਾਹੀਦੀ ਸੀ। ਗੱਲਬਾਤ ਉਹਨਾਂ ਨੇ ਖੁੱਲ੍ਹ ਕੇ, ਉਹਨਾਂ ਨੇ ਇੰਤਜ਼ਾਰ ਬਹੁਤ ਕੀਤਾ, ਸਾਲ ਦਾ ਇੰਤਜ਼ਾਰ ਹੋ ਗਿਆ। ਮਈ ਦੇ ਮਹੀਨੇ ਦੇ ਵਿੱਚ ਉਹ ਪ੍ਰਚਾਰ ਦੇ ਵਿੱਚ ਉਤਰਦੇ ਨੇ, ਪ੍ਰਚਾਰ ਦੇ ਵਿੱਚ ਆਉਂਦੇ ਨੇ। 1 ਸਾਲ ਦੀ ਇੰਤਜ਼ਾਰ ਤੋਂ ਬਾਅਦ ਵੀ ਉਹ ਜੋ ਕਰ ਰਹੇ ਨੇ ਉਹ ਵੀ ਕਿਸੇ ਮਜਬੂਰੀ ਦੇ ਵਿੱਚ ਕਰ ਰਹੇ ਹੋਣਗੇ। ਸੋ ਸਰਕਾਰ ਦੀ ਕਾਰਗੁਜ਼ਾਰੀ ਤੋਂ ਖੁਸ਼ ਨਹੀਂ ਹੈਗੇ ਨੇ। ਉਹਨਾਂ ਨੇ ਕਿਹਾ ਕਿ ਜੋ ਵਿਅਕਤੀਗਤ ਮੇਰੇ ਨਾਲ ਜੋ ਗੱਲਾਂ ਬਾਤਾਂ ਮੁੱਖ ਮੰਤਰੀ ਨੇ ਕੀਤੀਆਂ ਸੀ ਤੇ ਉਹ ਗੱਲਾਂ ਬਾਤਾਂ ਉੱਤੇ ਉਹ ਫੁੱਲ ਨਹੀਂ ਚੜਾ ਰਹੇ, ਉਹਨਾਂ ਚੀਜ਼ਾਂ ਨੂੰ ਉਹ ਲਾਗੂ ਨਹੀਂ ਕਰ ਰਹੇ। ਸੋ ਉਹਨਾਂ ਦੇ ਇੱਕ ਆਪਣੇ ਰੀਜ਼ਨ ਹੋਣਗੇ, ਲੇਕਿਨ ਮੈਂ ਮੁੱਖ ਤੌਰ ਤੇ ਕਹਿੰਦਾ ਕਿ ਇੱਕ ਕੈਂਪੇਨ ਜਾਂ ਸਿੱਧੂ ਮੂਸੇਵਾਲਾ ਦੇ ਜਸਟਿਸ ਦੀ ਗੱਲਬਾਤ ਇੱਕ ਵੱਡੀ ਗੱਲਬਾਤ ਹੈ, ਜੋ ਕਿ ਪਾਰਟੀ ਦੀਆਂ ਜਿਹੜੀਆਂ ਲੀਹਾਂ ਤੋਂ ਉੱਤੇ ਨੇ, ਪਾਰਟੀ ਲਾਈਨਸ ਤੋਂ ਕ੍ਰਾਸ ਜਾ ਕੇ ਹੀ ਨੇਪਰੇ ਚੜ੍ਹ ਸਕਦੀ ਹੈ। ਜੇ ਤੁਸੀਂ ਠੀਕ ਹੈ, ਤੁਸੀਂ ਕਿਸੇ ਪਾਰਟੀ ਦੀ ਹਮਾਇਤ ਕਰੋ ਜਾਂ ਨਾ ਕਰੋ, ਲੇਕਿਨ ਜੇ ਤੁਸੀਂ ਇੱਕ ਪਾਰਟੀ ਦੇ ਖਿਲਾਫ ਵੀ ਜਾ ਰਹੇ ਹੋ ਜੋ ਕਿ ਸੱਤਾਧਾਰੀ ਧਿਰ ਹੈ, ਫਿਰ ਤੁਹਾਨੂੰ ਉਹ ਜਿਹੜੇ ਖਮਿਆਜ਼ੇ ਭੁਗਤਣ ਲਈ ਤਿਆਰ ਰਹਿਣਾ ਚਾਹੀਦਾ ਹੈਗਾ, ਟੂ ਦ ਐਕਸਟੈਂਟ ਕਿ ਭਵਿੱਖ ਦੇ ਵਿੱਚ ਬਹੁਤ ਸੀ ਚੀਜ਼ਾਂ ਐਸੀਆਂ ਸੀ ਜੋ ਕਿ ਅਜੇ ਤੱਕ ਉਹਨਾਂ ਲਈ ਇੱਕ ਜਿਹੜਾ ਰਾਹ ਖੁੱਲ੍ਹਾ ਸੀ, ਪੱਧਰਾ ਸੀ, ਲੇਕਿਨ ਹੁਣ ਉਹ ਰਾਹ ਕਿਤੇ ਨਾ ਕਿਤੇ ਆਪਾਂ ਖੁਦ ਹੀ ਦਰਵਾਜ਼ੇ ਬੰਦ ਕਰਤੇ ਨੇ। ਸੋ ਉਹ ਚੀਜ਼ ਮੈਨੂੰ ਤਾਂ ਹੁੰਦੀ ਹੋਈ ਨਜ਼ਰ ਆਈ ਹੈ। ਠੀਕ ਹੈ, ਸੋ ਨਤੀਜਿਆਂ ਨੇ ਉਸ ਉੱਤੇ ਹੋਰ ਮੋਹਰ ਲਾਤੀ ਹੈ। ਸਰਕਾਰ ਤੇ ਸੱਤਾਧਾਰੀ ਧਿਰ ਦੇ ਲੋਕ ਕਹਿ ਸਕਦੇ ਨੇ ਕਿ ਠੀਕ ਹੈ, ਅਸੀਂ ਮੰਨਦੇ ਹਾਂ ਵੀ ਸਿੱਧੂ ਮੂਸੇਵਾਲਾ ਨੂੰ ਇਨਸਾਫ ਮਿਲਣਾ ਚਾਹੀਦਾ, ਲੇਕਿਨ ਉਹਨਾਂ ਦੇ ਪਿਤਾ ਨੇ ਇਸ ਮਾਮਲੇ ਨੂੰ ਰਾਜਨੀਤਿਕ ਤੌਰ ਤੇ ਸਾਡੀ ਵਿਰੋਧਤਾ ਕਰਕੇ ਕੀ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ, ਕੀ ਉਹਨਾਂ ਦੀ ਹੈਂਡਲਿੰਗ ਸਹੀ ਸੀ, ਗਲਤ ਸੀ, ਤਾਂ ਅੱਜ ਸੱਤਾਧਾਰੀ ਧਿਰ ਦੇ ਲੋਕ ਵੀ ਕਹਿ ਸਕਦੇ ਨੇ ਵੀ ਤੁਸੀਂ ਕੀ ਕਰ ਲਿਆ, ਸਾਡੀ ਤਾਂ ਜਿੱਤ ਇੱਕ ਚੰਗੇ ਖਾਸੇ ਮਾਰਜਨ ਨਾਲ ਹੋਈ ਹੈ। ਸੋ ਵੀ ਹੈਵ ਵਨ ਦ ਇਲੈਕਸ਼ਨਸ। ਇਟ ਮੀਨਸ ਕਿ ਤੁਹਾਡਾ ਜਿਹੜਾ ਮੁੱਦਾ ਹੈ
ਉਹ ਖਤਮ ਹੋ ਜਾਂਦਾ ਹੈ, ਜਦਕਿ ਮੁੱਦਾ ਖਤਮ ਨਹੀਂ ਹੁੰਦਾ, ਲੇਕਿਨ ਇਹ ਕਹਿਣ ਦੀ ਗੱਲਬਾਤ ਆ ਜਾਂਦੀ ਹੈ, ਇੱਕ ਨੈਰੇਟਿਵ ਬਿਲਡ ਹੋ ਜਾਂਦਾ ਹੈ। ਸੋ ਉਹ ਚੀਜ਼ਾਂ ਨੂੰ ਮਤਲਬ ਉਸ ਮੁਹਾਰੇ ਤੱਕ ਜਾਂ ਉਸ ਨੌਬਤ ਤੱਕ ਲਿਆਉਣ ਦੀ ਕੀ ਲੋੜ ਸੀ ਜਾਂ ਨਹੀਂ ਸੀ, ਇਸ ਚੀਜ਼ ਉੱਤੇ ਮੈਨੂੰ ਲੱਗਦਾ ਹੁਣ ਸਰਦਾਰ ਬਲਕੌਰ ਸਿੰਘ ਤੇ ਉਹਨਾਂ ਦੇ ਜਿਹੜੇ ਵੀ ਸਲਾਹਕਾਰ ਨੇ ਉਹਨਾਂ ਨੂੰ ਬੈਠ ਕੇ ਵਿਚਾਰ ਕਰਨਾ ਪੈਣਾ ਹੈ। ਲੇਕਿਨ ਐਟ ਦ ਐਂਡ ਆਫ ਦ ਡੇ ਉਹ ਵੀ ਇੱਕ ਬੜੀ ਵੱਖਰੀ ਡੈਸਪਰੇਟ ਸਿਚੁਏਸ਼ਨ ਦੇ ਵਿੱਚ ਹੈਗੇ ਨੇ, ਯਾਨੀ ਕਿ ਉਹ ਵੀ ਕਹਿ ਸਕਦੇ ਕਿ ਹਤਾਸ਼ਾ ਦੇ ਸਿਰੇ 'ਤੇ ਆਏ ਪਏ ਹੈਗੇ ਨੇ, ਤਾਂ ਹੀ ਕਰਕੇ ਉਹਨਾਂ ਨੂੰ ਮਜਬੂਰ ਹੋ ਕੇ ਇਹ ਸਾਰੀਆਂ ਗੱਲਾਂ ਬਾਤਾਂ ਪਬਲਿਕ ਡੋਮੇਨ ਦੇ ਵਿੱਚ ਖੁੱਲ੍ਹ ਕੇ ਮੈਦਾਨ ਵਿੱਚ ਉਤਰਨਾ ਪਿਆ ਹੈ, ਜੋ ਕਿ ਇੱਕ ਸਹੀ ਫੈਸਲਾ ਤਾਂ ਨਹੀਂ ਸੀ, ਲੇਕਿਨ ਕੀ ਇਹਨਾਂ ਕੋਲ ਕੋਈ ਹੋਰ ਬੈਟਰ ਆਪਸ਼ਨ ਸੀ, ਨਹੀਂ ਸੀ, ਵੀ ਡੋਂਟ ਨੋ ਐਟ ਦਿਸ ਪੁਆਇੰਟ ਇਨ ਟਾਈਮ। ਜੀ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਰਿਤੇਸ਼ ਜੀ, ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ।